सतनाम श्री वाहिगुरु साहिब जी। एक ओंकार सतगुर प्रसाद। आसा बाणी श्री नामदेव जी की। एक अनेक व्यापक पूरक जत देखां तत सोई। माया चितर बचितर विमोहित बिरला बूझै कोई। सब गोबिंद है सब गोबिंद है गोबिंद बिन नहीं कोई। सूत एक मन सत सहस जैसे ओत पोत प्रभु सोई रहाओ। जल तरंग अर फेन बुद बुदा जल ते पिन ना होई। एह परपंच पार ब्रह्म की लीला विचरत आन ना होई। मिथ्या परम अर सुपन मनोरथ सत पदारथ जानिया। सुकृत मनसा घुर उपदेसी जागत ही मन मानिया। कहत नाम देव हर की रचना देख हृदय विचारी। काट काट अंतर सर्ब निरंतर केवल एक मुरारी। कहत नाम देव हर की रचना देख हृदय विचारी। काट काट अंतर सर्ब निरंतर केवल एक मुरारी। वाहिगुरु जी का खालसा वाहिगुरु जी की फतेह। एक बाणी चैनल के माध्यम राही नित दिन शब्द की विचार दे नाल जुड़ के अपना जिथे असी जीवन सफला करते हाँ उथे नाल दे नाल गुरु दी गल नूं मन के गुरु दे पावन उपदेशां नूं सुन के अपने मन दे विच टिकाउण दा जदों यतन करांगे तां यकीनन जो है साडा इस संसार दे विच आउणा जो है सफल होवेगा। अज दा पावन शब्द भगत नामदेव जी दे मुखारबिंद तो उचारण होया है। भगत जी दी बाणी साहिब श्री गुरु ग्रंथ साहिब जी दे विच सुशोभित है ते भगत नामदेव जी इस पावन पवित्र शब्द दे विच जिस गुरमत दे फलसफे की गल करते ने वो गुरमत दा फलसफा जिथे अध्यात्मवाद का उपदेश दिंदा है, जिथे अध्यात्म की गल करदा है, जिथे परमेश्वर की सर्व व्यापकता की गल करदा है, नाल दे नाल एक ऐसा विज्ञानक सिद्धांत भी भगत नामदेव जी ने इस पावन शब्द दे विच दिता है जिहदे अर्थां नूं सुन के मनुख जो है अचंभे विच आ जांदा है कि बई भगत जी जो अध्यात्मवाद दे विच भिजे हुए नाम रस दे विच भिजे हुए परमेश्वर की भगती दे विच मगन ने किवें वो इस परमेश्वर की सत्ता दीआं रमज़ां नूं कितनी गो दे नाल कितनी डिटेल दे विच उन्हां ने इस शब्द दे विच डिफाइन कीता है। पावन शब्द की आरंभता हुंदी है एक ओंकार सतगुर प्रसाद। गुरु ग्रंथ साहिब जी की बाणी की बनतर ऐसी है जदों भी किसी नवे राग की आरंभता होएगी तां मंगला चरण पूर्ण होएगा।
ਜਦੋਂ ਰਾਗ ਦੇ ਵਿੱਚ ਨਵੇਂ ਘਰ ਦੀ ਆਰੰਭਤਾ ਹੋਏਗੀ ਤਾਂ ਮੰਗਲਾਚਰਨ ਛੋਟਾ ਹੋਵੇਗਾ। ਜਦੋਂ ਇੱਕ ਗੁਰੂ ਸਾਹਿਬ ਤੋਂ ਫਿਰ ਦੂਜੇ ਗੁਰੂ ਸਾਹਿਬ ਦੀ ਬਾਣੀ ਸ਼ੁਰੂ ਹੁੰਦੀ ਹੈ ਤਾਂ ਮੰਗਲਾਚਰਨ ਤੋਂ ਸ਼ੁਰੂ ਹੁੰਦੀ ਹੈ। ਇਸੇ ਢੰਗ ਦੇ ਨਾਲ ਜਿਵੇਂ ਭਗਤ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਰੰਭ ਹੁੰਦੀ ਹੈ ਤੇ ਆਰੰਭਤਾ ਮੰਗਲਾਚਰਨ ਤੋਂ ਹੁੰਦੀ ਹੈ। ਇਸੇ ਢੰਗ ਦੇ ਨਾਲ ਇਸ ਪਾਵਨ ਸ਼ਬਦ ਦੇ ਵਿੱਚ ਵੀ ਜੋ ਆਰੰਭਤਾ ਹੈ ਮੰਗਲਾਚਰਨ ਤੋਂ ਹੁੰਦੀ ਹੈ। ਭਾਵ ਇਹ ਜੋ ਪਾਵਨ ਪਵਿੱਤਰ ਸ਼ਬਦ ਹੈ ਭਗਤ ਨਾਮਦੇਵ ਜੀ ਦਾ ਰਾਗ ਆਸਾ ਦੇ ਵਿੱਚ ਇਹ ਪਹਿਲਾ ਸ਼ਬਦ ਹੈ। ਇਸ ਲਈ ਆਰੰਭਤਾ ਜੋ ਹੈ ਮੰਗਲਾਚਰਨ ਤੋਂ ਹੁੰਦੀ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਉਹ ਸੱਤਾਧਾਰੀ ਪਰਮੇਸ਼ਰ ਇੱਕ ਹੀ ਹੈ ਤੇ ਉਹ ਸਤਿਗੁਰੂ ਰੂਪ ਹੋ ਕੇ ਕਿਰਪਾ ਵਰਸਾਉਂਦਾ ਏ ਤੇ ਉਹਦੀ ਪ੍ਰਾਪਤੀ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਹੀ ਹੋ ਸਕਦੀ ਹੈ। ਆਸਾ ਬਾਣੀ ਸ੍ਰੀ ਨਾਮਦੇਵ ਜੀ ਕੀ। ਰਾਗ ਆਸਾ ਦੇ ਵਿੱਚ ਭਗਤ ਨਾਮਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਇਹ ਸ਼ਬਦ ਹੈ ਤੇ ਪਾਵਨ ਸ਼ਬਦ ਦੇ ਰਹਾਉ ਦੇ ਪਦ ਦੇ ਵਿੱਚ ਭਗਤ ਨਾਮਦੇਵ ਜੀ ਕੀ ਫਰਮਾਉਂਦੇ ਨੇ, ਆਓ ਸਰਵਣ ਕਰੀਏ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਸੂਤ ਏਕ ਮਣ ਸਤ सहस ਜੈਸੇ, ਓਤ ਪੋਤ ਪ੍ਰਭ ਸੋਈ। ਰਹਾਉ। ਭਗਤ ਨਾਮਦੇਵ ਜੀ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਣ ਸਤ सहस ਜੈਸੇ, ਓਤ ਪੋਤ ਪ੍ਰਭ ਸੋਈ। ਕਿ ਹੈ ਦੁਨੀਆ ਦੇ ਲੋਗੋ, ਇਸ ਸੰਸਾਰ ਦੀ ਬਣਤਰ ਨੂੰ ਦੇਖੋ। ਜਿਤਨਾ ਇਹ ਵਿਸ਼ਾਲ ਸੰਸਾਰ ਹੈ, ਜਿਤਨਾ ਇਹ ਵਿਸ਼ਾਲ ਬ੍ਰਹਮੰਡ ਹੈ, ਇਹ ਸਾਰਾ ਬ੍ਰਹਮੰਡ, ਇਹ ਸਾਰਾ ਸੰਸਾਰ, ਇਹ ਸਾਰੀ ਸੱਤਾ, ਇਹ ਸਾਰਾ ਜੋ ਦਿਸਦਾ ਹੋਇਆ ਸੰਸਾਰ ਹੈ ਨਾ, ਭਗਤ ਨਾਮਦੇਵ ਜੀ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਸਭ ਕੁਝ ਜੋ ਇੱਥੇ ਦਿਸ ਰਿਹਾ ਏ, ਜੋ ਨਹੀਂ ਦਿਸ ਰਿਹਾ ਏ, ਸਭ ਕੁਝ ਉਸ ਗੋਬਿੰਦ ਤੋਂ ਹੀ ਹੈ। ਇਹ ਸਾਰੀ ਸੱਤਾ ਜੋ ਹੈ ਇਹਦੇ ਵਿੱਚੋਂ ਭਗਤ ਨਾਮਦੇਵ ਜੀ ਕਹਿੰਦੇ ਮੈਨੂੰ ਗੋਬਿੰਦ ਦੇ ਦਰਸ਼ਨ ਹੋ ਰਹੇ ਆ। ਗੋਬਿੰਦ, ਗੋਬਿੰਦ ਦੇ ਅੱਖਰੀ ਅਰਥ ਕੀ ਨੇ? ਗੋ ਤੋਂ ਭਾਵ ਜੋ ਸਰਬ ਹੋਵੇ ਤੇ ਬਿਨ ਤੋਂ ਭਾਵ ਜੋ ਦਿਲ ਦੀ ਜਾਣਨ ਵਾਲਾ ਹੋਵੇ, ਸਾਰੇ ਦਿਲਾਂ ਦੀ ਜਾਣਨ ਵਾਲਾ, ਰਮਿਆ ਹੋਇਆ, ਟਿਕਿਆ ਹੋਇਆ, ਵਸਿਆ ਹੋਇਆ ਅੰਤਰੀਵ ਦੇ ਵਿੱਚ। ਭਗਤ ਨਾਮਦੇਵ ਜੀ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜੋ ਮੈਨੂੰ ਇਹ ਸੰਸਾਰ ਦਿਸ ਰਿਹਾ ਏ ਤੇ ਜੋ ਨਹੀਂ ਦਿਸ ਰਿਹਾ, ਇਹ ਸਭ ਕੁਝ ਮੈਨੂੰ ਗੋਬਿੰਦ ਦਾ ਰੂਪ ਹੀ ਦਿਖਾਈ ਦੇ ਰਿਹਾ ਹੈ। ਹਰ ਪਾਸੇ ਭਗਤ ਨਾਮਦੇਵ ਜੀ ਨੂੰ ਗੋਬਿੰਦ ਦੇ ਦਰਸ਼ਨ ਹੋ ਰਹੇ ਆ, ਪਰਮੇਸ਼ਰ ਦੇ ਦਰਸ਼ਨ ਹੋ ਰਹੇ ਆ, ਹਰੀ ਨਾਰਾਇਣ ਦੇ ਦਰਸ਼ਨ ਹੋ ਰਹੇ ਆ, ਜਗਤ ਦੇ ਪ੍ਰਤਪਾਲਕ ਦੇ ਦਰਸ਼ਨ ਹੋ ਰਹੇ ਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਗੋਬਿੰਦ ਤੋਂ ਬਿਨਾ, ਹਰੀ ਨਾਰਾਇਣ ਤੋਂ ਬਿਨਾ ਇੱਥੇ ਕੁਝ ਹੋਰ ਨਹੀਂ, ਕੇਵਲ ਉਹੀ ਹੈ, ਕੇਵਲ ਉਹੀ ਹੈ। ਕਹਿੰਦੇ ਸੂਤ ਏਕ ਮਣ ਸਤ सहस ਜੈਸੇ, ਓਤ ਪੋਤ ਪ੍ਰਭ ਸੋਈ। ਜਿਵੇਂ ਸੂਤ ਦੇ ਵਿੱਚ, ਧਾਗੇ ਦੇ ਵਿੱਚ ਮਣਕੇ ਪਰੋਏ ਹੁੰਦੇ ਨੇ, ਇਸੇ ਢੰਗ ਦੇ ਨਾਲ ਉਹ ਜੋ ਪਰਮੇਸ਼ਰ ਹੈ ਨਾ, ਓਤ ਪੋਤ ਪ੍ਰਭ ਸੋਈ, ਇਸ ਸੰਸਾਰ ਦੇ ਵਿੱਚ ਰਮਿਆ ਹੋਇਆ ਏ, ਵਸਿਆ ਹੋਇਆ ਏ। ਉਹਨੇ ਸਾਰੇ ਸੰਸਾਰ ਨੂੰ ਇੱਕ ਥਾਂ ਟਿਕਾਇਆ ਹੋਇਆ ਏ, ਉਹ ਆਪ ਹੀ ਹੈ। ਜਦੋਂ ਅਸੀਂ ਪਰਮੇਸ਼ਰ ਦੀ ਇਸ ਸੱਤਾ ਦੇ ਬਾਰੇ ਵਿਚਾਰ ਕਰਦੇ ਹਾਂ, ਜਦੋਂ ਅਧਿਆਤਮਵਾਦ ਦੀ ਰੋਸ਼ਨੀ ਦੇ ਵਿੱਚ ਪਰਮੇਸ਼ਰ ਦੀ ਇਹ ਜੋ ਬੜਾਈ ਹੋਈ ਸੱਤਾ ਹੈ, ਇਹ ਜੋ ਕ੍ਰੀਏਸ਼ਨ ਹੈ, ਇਹਦੀ ਗੱਲ ਕਰਦੇ ਹਾਂ
ਤਾਂ ਸਭ ਤੋਂ ਪਹਿਲਾਂ ਸਾਨੂੰ ਇਸ ਗੱਲ ਨੂੰ ਆਪਣੇ ਹਿਰਦੇ ਵਿੱਚ ਪੱਕਾ ਕਰ ਲੈਣਾ ਹੈ ਕਿ ਇਹ ਸਾਰੇ ਸੰਸਾਰ ਨੂੰ ਰਚਣ ਵਾਲਾ, ਇਹ ਸਾਰੇ ਸੰਸਾਰ ਦੀ ਉਤਪत्ति ਦਾ ਮਾਲਕ ਉਹ ਪਰਮੇਸ਼ਰ ਆਪ ਹੈ। ਭਾਵ ਇਹ ਜਿਤਨਾ ਕੋ ਸਾਨੂੰ ਸੰਸਾਰ ਦਿਖਾਈ ਦੇ ਰਿਹਾ ਹੈ ਜਾਂ ਜੋ ਸਾਨੂੰ ਨਹੀਂ ਦਿਖਾਈ ਦੇ ਰਿਹਾ, ਜੋ ਸਾਡੀਆਂ ਅੱਖਾਂ ਨਹੀਂ ਵੇਖ ਸਕਦੀਆਂ, ਕਿਉਂਕਿ ਜੋ ਮਨੁੱਖ ਦੀਆਂ ਅੱਖਾਂ ਨੇ ਇਹਨਾਂ ਦੀ ਵੇਖਣ ਦੀ ਸ਼ਕਤੀ ਹੈ, ਤੇ ਸਾਡੀ ਅੱਖਾਂ ਦੀ ਜਿਤਨੀ ਵੇਖਣ ਦੀ ਸ਼ਕਤੀ ਹੈ ਉਤਨਾ ਹੀ ਅਸੀਂ ਸੰਸਾਰ ਵੇਖਦੇ ਹਾਂ। ਜੋ ਸਾਡੀਆਂ ਅੱਖਾਂ ਨਹੀਂ ਵੇਖ ਸਕਦੀਆਂ ਉਹ ਸੰਸਾਰ ਵੀ ਹੈ। ਵਿਗਿਆਨ ਨੇ ਇਸ ਚੀਜ਼ ਦੀ ਖੋਜ ਕੀਤੀ ਹੈ ਕਿ ਬਈ ਇੱਕ ਪਾਸੇ ਤਾਂ ਉਹ ਸੰਸਾਰ ਹੈ ਜੋ ਸਾਨੂੰ ਦਿਖਾਈ ਦੇ ਰਿਹਾ ਹੈ, ਇੱਕ ਪਾਸੇ ਉਹ ਸੰਸਾਰ ਹੈ ਜੋ ਸਾਡੀਆਂ ਅੱਖਾਂ ਵੇਖ ਨਹੀਂ ਸਕਦੀਆਂ, ਪਰ ਹੈ, ਉਹ ਸੰਸਾਰ ਹੈ। ਭਗਤ ਨਾਮਦੇਵ ਜੀ ਕਹਿੰਦੇ, ਸੂਤ ਏਕ ਮਨ ਸਤ ਸਹਸ ਜੈਸੇ ਓਤ ਪੋਤ ਪ੍ਰਭ ਸੋਈ। ਜਿੱਥੇ ਪਰਮਾਤਮਾ ਪ੍ਰਭੂ ਜਗਤ ਦੀ ਉਤਪत्ति ਕਰਦਾ ਏ, ਜਗਤ ਨੂੰ ਪੈਦਾ ਕਰਦਾ ਏ, ਜਗਤ ਨੂੰ ਸਿਰਜਦਾ ਹੈ, ਰਚਨਾ ਜਿੱਥੇ ਪਰਮੇਸ਼ਰ ਕਰਦਾ ਏ, ਰਚਨਾ ਕਰਨ ਤੋਂ ਬਾਅਦ ਉਹ ਆਪ ਇਸ ਰਚਨਾ ਦੇ ਵਿੱਚ ਟਿਕ ਜਾਂਦਾ ਏ, ਸਮਾ ਜਾਂਦਾ ਏ। ਓਤ ਪੋਤ ਪ੍ਰਭ ਸੋਈ। ਭਗਤ ਨਾਮਦੇਵ ਜੀ ਜਦੋਂ ਕਹਿੰਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ, ਉਹਨਾਂ ਨੂੰ ਜਿੱਥੇ ਹਰ ਪਾਸੇ ਗੋਬਿੰਦ ਦੇ ਦਰਸ਼ਨ ਹੋ ਰਹੇ ਨੇ, ਇੱਥੇ ਇਸ ਵਿਚਾਰ ਨੂੰ ਹੋਰ ਡਿਟੇਲ ਦੇ ਵਿੱਚ ਸਮਝਣ ਦੀ ਲੋੜ ਹੈ, ਹੋਰ ਗੋ ਦੇ ਨਾਲ ਸਮਝਣ ਦੀ ਲੋੜ ਹੈ ਕਿ ਬਈ ਪਰਮੇਸ਼ਰ ਦੀ ਹੀ ਇਹ ਸੱਤਾ ਹੈ। ਇਸ ਸੱਤਾ ਦੇ ਉੱਪਰ ਪਰਮੇਸ਼ਰ ਨੇ ਆਪਣੇ ਹਸਤਾਖਰ ਕੀਤੇ ਹੋਏ ਨੇ। ਜਦੋਂ ਅਸੀਂ ਜਿਤਨੀ ਕੋ ਵਿਗਿਆਨਕ ਖੋਜਾਂ ਹੋਈਆਂ ਸੰਸਾਰ ਦੀ ਉਤਪत्ति ਨੂੰ ਲੈ ਕੇ, ਜਾਂ ਸੰਸਾਰ ਕਿਹਨਾਂ ਕਿਣਕਿਆਂ ਤੋਂ ਬਣਿਆ ਹੈ, ਬਹੁਤੇ ਵਿਗਿਆਨੀਆਂ ਨੇ ਇਸ ਉੱਪਰ ਗੱਲ ਕੀਤੀ। ਜੌਨ ਡਾਲਟਨ, ਰੂਥਰਫੋਰਡ, ਸ਼ਰੋਡਿੰਗਰ ਤੇ ਬਹੁਤੇ ਵਿਗਿਆਨੀਆਂ ਨੇ ਆਪੋ ਆਪਣੇ ਢੰਗ ਦੇ ਨਾਲ ਸਮਝਾਇਆ ਕਿ ਬਈ ਇਹ ਸੰਸਾਰ ਦੀ ਜੋ ਉਤਪत्ति ਹੈ ਇਹ ਛੋਟੇ ਛੋਟੇ ਕਿਣਕਿਆਂ ਤੋਂ ਹੈ, ਐਟਮਸ ਤੋਂ ਹੈ। ਫਿਰ ਹੋਰ ਖੋਜ ਹੋਈ, ਫਿਰ ਐਟਮਸ ਦੇ ਵੀ ਜੋ ਕਿਣਕੇ ਸਨ ਉਹ ਲੱਭੇ ਗਏ, ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ। ਫਿਰ ਹੋਰ ਖੋਜ ਹੋਈ ਤੇ ਅੱਜ ਵਿਗਿਆਨ ਇਹ ਕਹਿ ਰਿਹਾ ਹੈ ਕਿ ਸਾਰਾ ਸੰਸਾਰ ਜੋ ਹੈ ਕੁਆਰਕਸ ਦੇ ਨਾਲ ਬਣਿਆ ਹੋਇਆ ਹੈ। ਕੁਆਰਕਸ ਜੋ ਨੇ ਉਹ ਨਿਊਟਰੋਨ ਪ੍ਰੋਟੋਨ ਨੂੰ ਜਨਮ ਦਿੰਦੇ ਨੇ, ਤੇ ਨਿਊਟਰੋਨ ਪ੍ਰੋਟੋਨ ਦਾ ਜਦੋਂ ਆਪਸ ਦੇ ਵਿੱਚ ਮਿਲਾਪ ਹੁੰਦਾ ਹੈ ਤੇ ਇੱਕ ਐਟਮ ਬਣਦਾ ਹੈ। ਭਾਵ ਸਾਰਾ ਸੰਸਾਰ ਜੋ ਹੈ ਵਾਸਤਵਿਕਤਾ ਦੇ ਵਿੱਚ ਇੱਕ ਹੈ। ਹੁਣ ਆਮ ਤੌਰ ਤੇ ਕੁਝ ਲੋਕੀ ਕਹਿੰਦੇ ਨੇ ਕਿ ਬਈ ਧਰਮ ਨੂੰ ਕੀ ਲੋੜ ਹੈ ਵਿਗਿਆਨ ਦਾ ਸਹਾਰਾ ਲੈਣ ਦੀ। ਧਰਮ ਤੇ ਅਧਿਆਤਮਵਾਦ ਦੀ ਗੱਲ ਕਰ ਰਿਹਾ ਹੈ, ਧਰਮ ਨੂੰ ਕੀ ਲੋੜ ਹੈ ਵਿਗਿਆਨ ਦਾ ਸਹਾਰਾ ਲੈਣ ਦੀ। ਧਰਮ ਆਪਣੇ ਆਪ ਨੂੰ ਰੈਲੇਵੈਂਟ ਰੱਖਣ ਦੇ ਲਈ ਵਿਗਿਆਨ ਦਾ ਸਹਾਰਾ ਲੈਂਦਾ ਹੈ। ਕੁਝ ਲੋਕੀ ਐਸਾ ਕਹਿੰਦੇ ਨੇ, ਪਰ ਇੱਥੇ ਅਸੀਂ ਦੱਸ ਦਈਏ ਕਿ ਧਰਮ ਵਿਗਿਆਨ ਦਾ ਸਹਾਰਾ ਨਹੀਂ ਲੈਂਦਾ। ਕੋਈ ਵੀ ਧਰਮ ਜਦੋਂ ਵਿਗਿਆਨ ਦੀ ਗੱਲ ਕਰ ਰਿਹਾ ਹੋਵੇ, ਵਿਗਿਆਨ ਦਾ ਸਹਾਰਾ ਨਹੀਂ ਲੈ ਰਿਹਾ ਜੇ, ਬਲਕਿ ਵਿਗਿਆਨ ਜੋ ਹੈ ਉਸ ਪਰਮੇਸ਼ਰ ਦੀ ਸੱਤਾ ਦੀ ਗੱਲ ਕਰ ਰਿਹਾ ਹੈ। ਵਿਗਿਆਨ ਜੋ ਹੈ ਉਹ ਧਰਮ ਦੀ ਗੱਲ ਕਰ ਰਿਹਾ ਹੈ। ਵਿਗਿਆਨ ਨੇ ਕੀਤੀ ਹੀ ਧਰਮ ਦੀ ਗੱਲ ਹੈ। ਜਿਤਨੀ ਕੋ ਖੋਜਾਂ ਵਿਗਿਆਨ ਦੇ ਵਿੱਚ ਹੁੰਦੀਆਂ ਨੇ ਉਹ ਸਾਰੀਆਂ ਉਸ ਪਰਮੇਸ਼ਰ ਦੇ ਰੰਗਾਂ ਦੀ ਗੱਲ ਕਰ ਰਹੀਆਂ ਨੇ। ਜਿਤਨੀ ਕੋ ਖੋਜਾਂ ਇਸ ਬ੍ਰਹਿਮੰਡ ਦੇ ਵਿੱਚ ਹੋਈਆਂ, ਸਾਰੀ ਦੀ ਸਾਰੀ ਖੋਜਾਂ ਧਰਮ ਦੀ ਗੱਲ ਕਰ ਰਹੀਆਂ ਨੇ। ਕਹਿਣ ਤੋਂ ਭਾਵ ਕਿ ਸਾਰਾ ਸੰਸਾਰ ਜੋ ਹੈ ਵਾਸਤਵਿਕਤਾ ਦੇ ਵਿੱਚ ਕੇਵਲ ਇੱਕ ਹੀ ਹੈ। ਇਹਦਾ ਵਜੂਦ ਇੱਕ ਤੋਂ ਹੀ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਗੋਬਿੰਦ ਤੋਂ ਬਿਨਾਂ ਇੱਥੇ ਕੁਝ ਹੋਰ ਨਹੀਂ। ਇਹ ਸਾਰੇ ਸੰਸਾਰ ਨੂੰ ਰਚਣ ਵਾਲਾ
ਤੇ ਰਚ ਕੇ ਆਪ ਇਸ ਸੰਸਾਰ ਦੇ ਵਿੱਚ ਟਿਕਣ ਵਾਲਾ ਉਹ ਆਪ ਹੀ ਹੈ, ਉਹ ਨਾਰਾਇਣ ਪਰਮੇਸ਼ਰ ਆਪ ਹੈ। ਕਹਿੰਦੇ ਸੂਤ ਏਕ ਮਨ ਸਤ ਸਹਸ ਜੈਸੇ ਓਤ ਪੋਤ ਪ੍ਰਭ ਸੋਈ। ਜਿਵੇਂ ਮਣਕੇ ਧਾਗੇ ਦੇ ਵਿੱਚ ਪਰੋਏ ਜਾਂਦੇ ਨੇ ਤੇ ਇੱਕ ਥਾਂ ਟਿਕ ਜਾਂਦੇ ਨੇ, ਉਂਝ ਪਰਮੇਸ਼ਰ ਜੋ ਹੈ ਨਾ ਉਹ ਇਸ ਸੱਤਾ ਦੇ ਵਿੱਚ ਓਤ ਪੋਤ ਹੈ, ਤਾਣੇ ਪੇਟੇ ਵਾਂਗ। ਉਹ ਜੁਦਾ ਨਹੀਂ, ਉਹ ਸਮਾਇਆ ਹੋਇਆ ਏ। ਤੇ ਭਗਤ ਨਾਮਦੇਵ ਜੀ ਦੀ ਅਵਸਥਾ ਅਧਿਆਤਮਵਾਦ ਦੇ ਵਿੱਚ ਐਸੀ ਅਪੜ ਗਈ ਹੈ ਕਿ ਉਹਨਾਂ ਨੂੰ ਹਰ ਪਾਸੇ ਉਸ ਗੋਬਿੰਦ ਦੇ ਦਰਸ਼ਨ ਹੋ ਰਹੇ ਨੇ, ਹਰ ਪਾਸੇ ਉਹਨਾਂ ਨੂੰ ਗੋਬਿੰਦ ਵਿਖਾਈ ਦੇ ਰਿਹਾ ਏ, ਹਰ ਪਾਸੇ ਨਾਰਾਇਣ ਦੇ ਦਰਸ਼ਨ ਹੋ ਰਹੇ ਨੇ। ਇਸ ਅਵਸਥਾ ਤੱਕ ਅਪਣਨ ਦੇ ਲਈ ਜਦੋਂ ਅਸੀਂ ਗੁਰੂ ਦੀ ਗੱਲ ਮੰਨਾਂਗੇ ਨਾ ਤਾਂ ਯਕੀਨਨ ਹਰ ਪਾਸੇ ਸਾਨੂੰ ਵੀ ਗੋਬਿੰਦ ਦੇ ਦਰਸ਼ਨ ਹੋਣਗੇ। ਫਿਰ ਹਰ ਪਾਸੇ ਸਾਨੂੰ ਉਸ ਪਰਮੇਸ਼ਰ ਦਾ ਘਰ ਜੋ ਹੈ ਨਜ਼ਰ ਆਵੇਗਾ, ਹਰ ਪਾਸੇ ਸਾਨੂੰ ਪਰਮੇਸ਼ਰ ਦਾ ਦੁਆਰ ਨਜ਼ਰ ਆਵੇਗਾ। ਹਰ ਇੱਕ ਥਾਂ ਸਾਨੂੰ ਸੰਸਾਰ ਦਾ ਹਰ ਇੱਕ ਕਣ ਕਣ, ਹਰ ਇੱਕ ਕੋਨਾ ਜੋ ਹੈ ਉਹ ਸਾਨੂੰ ਪਰਮੇਸ਼ਰ ਦੀ ਸੱਤਾ ਜਾਪੇਗਾ। ਫਿਰ ਸੰਸਾਰ ਦੇ ਵਿੱਚ ਇਸ ਗੱਲ ਉੱਪਰ ਵਿਵਾਦ ਨਹੀਂ ਹੋਣਗੇ ਕਿ ਬਈ ਇੱਥੇ ਸਾਡਾ ਧਾਰਮਿਕ ਸਥਾਨ ਬਣਨਾ ਹੈ, ਇੱਥੇ ਸਾਡਾ ਧਾਰਮਿਕ ਸਥਾਨ ਬਣਨਾ ਹੈ। ਨਹੀਂ, ਗੱਲ ਹੈ ਜਦੋਂ ਮਨੁੱਖ ਨੂੰ ਸਾਖਸ਼ਾਤਕਾਰ ਹੋ ਗਿਆ, ਜਦੋਂ ਮਨੁੱਖ ਨੇ ਵੇਖ ਲਿਆ ਕਿ ਹਰ ਪਾਸੇ ਹੈ ਤਾਂ ਉਹੀ ਵਸ ਰਿਹਾ ਏ, ਉਹੀ ਹੈ। ਪਹਿਲੇ ਪਦ ਵਿੱਚ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ, ਏਕ ਅਨੇਕ ਵਿਆਪਕ ਪੂਰਕ ਜਤ ਦੇਖੋਂ ਤਤ ਸੋਈ, ਮਾਇਆ ਚਿਤਰਬ ਚਤਰਬ ਮੋਹਿਤ ਬਿਰਲਾ ਬੂਝੈ ਕੋਈ। ਭਗਤ ਨਾਮਦੇਵ ਜੀ ਕਹਿੰਦੇ ਏਕ ਅਨੇਕ ਵਿਆਪਕ ਪੂਰਕ ਜਤ ਦੇਖੋਂ ਤਤ ਸੋਈ। ਉਹ ਇੱਕ ਜੋ ਹੈ ਨਾ ਉਹ ਇਸ ਅਨੇਕਤਾ ਦੇ ਵਿੱਚ ਵਸਿਆ ਹੋਇਆ ਹੈ। ਏਕ ਅਨੇਕ ਵਿਆਪਕ ਪੂਰਕ, ਪਰਮੇਸ਼ਰ ਇਸ ਅਨੇਕਤਾ ਦੇ ਵਿੱਚ ਇੱਕ ਹੋ ਕੇ ਆਪਣੀ ਕਿਰਪਾ ਵਰਸਾ ਰਿਹਾ ਏ, ਵਸਿਆ ਹੋਇਆ ਏ। ਏਕ ਅਨੇਕ ਵਿਆਪਕ ਪੂਰਕ ਜਤ ਦੇਖੋਂ ਤਤ ਸੋਈ। ਭਗਤ ਨਾਮਦੇਵ ਜੀ ਕਹਿੰਦੇ ਜਦੋਂ ਮੈਂ ਵੇਖਦਾ ਨਾ ਇਸ ਅਨੇਕਤਾ ਨੂੰ, ਮੈਨੂੰ ਉਸ ਇੱਕ ਦੇ ਹੀ ਦਰਸ਼ਨ ਹੁੰਦੇ ਆ। ਇਹੀ ਤੇ ਗੁਰਮਤਿ ਦਾ ਫਲਸਫਾ ਹੈ, ਮੂਲ ਸਿਧਾਂਤ ਹੈ। ਤਾਂ ਹੀ ਤੇ ਮੰਗਲਾਚਰਨ ਦੀ ਆਰੰਭਤਾ ਇੱਕ ਓਂਕਾਰ ਤੋਂ ਹੁੰਦੀ ਹੈ ਕਿ ਬਈ ਉਹ ਇੱਕ ਹੈ, ਅਨੇਕਤਾ ਦੇ ਵਿੱਚ ਉਹ ਇੱਕ ਹੀ ਵਸਿਆ ਹੋਇਆ ਹੈ। ਭਗਤ ਨਾਮਦੇਵ ਜੀ ਕਹਿੰਦੇ ਏਕ ਅਨੇਕ ਵਿਆਪਕ ਪੂਰਕ ਜਤ ਦੇਖੋਂ ਤਤ ਸੋਈ। ਜਦੋਂ ਉਹ ਵੇਖ ਰਹੇ ਨੇ ਅਨੇਕਤਾ ਦੇ ਵਿੱਚ ਉਹ ਇੱਕ ਦੇ ਦਰਸ਼ਨ ਹੋ ਰਹੇ ਨੇ। ਤਾਂ ਹੀ ਤਾਂ ਕਿਸੇ ਦੇ ਨਾਲ ਵੈਰ ਨਹੀਂ, ਕਿਸੇ ਦੇ ਨਾਲ ਵਿਰੋਧ ਨਹੀਂ, ਕਿਸੇ ਤੋਂ ਭਾਉ ਨਹੀਂ, ਹਰ ਇੱਕ ਦੇ ਨਾਲ ਪ੍ਰੇਮ ਹੈ, ਨਿਮਰਤਾ ਭਾਵਨਾ ਦੇ ਨਾਲ ਇਸ ਸੰਸਾਰ ਦੇ ਵਿੱਚ ਵਿਚਰ ਰਹੇ ਨੇ। ਕਿਉਂਕਿ ਜਦੋਂ ਅਸੀਂ ਅਨੇਕਤਾ ਦੇ ਵਿੱਚੋਂ ਇੱਕ ਦੇ ਦਰਸ਼ਨ ਕਰਾਂਗੇ ਨਾ, ਫਿਰ ਕਿਸੇ ਨੂੰ ਮਾੜਾ ਨਹੀਂ ਆਖਾਂਗੇ, ਕਿਸੇ ਦੇ ਨਾਲ ਵੈਰ ਨਹੀਂ ਕਰਾਂਗੇ, ਕਿਉਂਕਿ ਸਾਰਾ ਸੰਸਾਰ ਸਾਨੂੰ ਉਸ ਪਰਮੇਸ਼ਰ ਦੀ ਅੰਸ਼ ਜਾਪੇਗਾ। ਭਗਤ ਨਾਮਦੇਵ ਜੀ ਕਹਿੰਦੇ ਮਾਇਆ ਚਿੱਤਰ ਵਿਚਿੱਤਰ ਬਿਮੋਹਿਤ ਬਿਰਲਾ ਬੂਝੈ ਕੋਈ। ਪਰ ਜਿਹੜੀ ਮਾਇਆ ਵਾਲੀ ਛਾਪ ਹੈ, ਮਾਇਆ ਵਾਲਾ ਚਿੱਤਰ ਹੈ, ਬੜਾ ਵਿਚਿੱਤਰ ਹੈ, ਮੋਹਿਤ ਕਰ ਦਿੰਦਾ ਹੈ ਮਨੁੱਖ ਨੂੰ। ਤੇ ਮਨੁੱਖ ਜੋ ਹੈ ਉਸ ਮਾਇਆਵੀ ਧੋਖੇ ਦੇ ਵਿੱਚ, ਮਾਇਆਵੀ ਇਲਿਊਜਨ ਦੇ ਵਿੱਚ ਪਰਮੇਸ਼ਰ ਦੀ ਸੱਤਾ ਦੇ ਦਰਸ਼ਨ ਨਹੀਂ ਕਰ ਸਕਦਾ। ਹੁਣ ਮਾਇਆ ਨੂੰ ਰਚਣ ਵਾਲਾ ਵੀ ਪਰਮੇਸ਼ਰ ਹੀ ਹੈ, ਉਹਨੇ ਸਾਡਾ ਪਰਚਾ ਪਾਉਣਾ ਹੈ। ਇਸ ਲਈ ਮਨੁੱਖ ਜੋ ਨੇ ਇਸ ਵਿਚਿੱਤਰ ਮਾਇਆ ਦੇ ਕਾਰਨ ਉਸ ਸੱਚ ਦੇ ਦਰਸ਼ਨ ਨਹੀਂ ਕਰ ਸਕਦੇ। ਇੱਕ ਆਮ ਮਨੁੱਖ ਦੇ ਹਿਰਦੇ ਦੇ ਵਿੱਚੋਂ ਇਹ ਗੱਲ ਕਿਉਂ ਨਹੀਂ ਨਿਕਲਦੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ? ਕਿਉਂਕਿ ਉਹਨੂੰ ਮਾਇਆ ਨੇ ਮੋਹ ਲਿਆ ਏ। ਮਾਇਆ ਉਹਨੂੰ ਵੇਖਣ ਹੀ ਨਹੀਂ ਦਿੰਦੀ ਕਿ ਇਸ ਅਨੇਕਤਾ ਵਿੱਚ ਉਹ ਇੱਕ ਹੈ, ਉਹ ਇੱਕ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਸੂਤ ਏਕ ਮਨ ਸਤ ਸਹਸ ਜੈਸੇ ਓਤ ਪੋਤ ਪ੍ਰਭ ਸੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ।
ਸੂਤ ਏਕ ਮਨ ਸਤ ਸਾਹਸ ਜੈਸੇ ਓਤ ਪੋਤ ਪ੍ਰਭ ਸੋਈ। ਦੂਜੇ ਪਦ ਵਿੱਚ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ, ਜਲ ਤਰੰਗ ਅਰ ਫੇਣ ਬੁੱਧ ਬੁਦਾ, ਜਲ ਤੇ ਪਿੰਨ ਨਾ ਹੋਈ। ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਹੋਈ। ਭਗਤ ਨਾਮਦੇਵ ਜੀ ਨੇ ਇੱਥੇ ਸਾਰੇ ਸ਼ੰਕਿਆਂ ਦੀ ਨਿਵਰਤੀ ਕਰ ਦਿੱਤੀ ਜਦੋਂ ਕਹਿੰਦੇ ਜਲ ਤਰੰਗ ਅਰ ਫੇਨ ਬੁੱਧ ਬੁਧਾ, ਜਲ ਤੇ ਪਿੰਨ ਨਾ ਹੋਈ। ਕਿ ਬਈ ਜੋ ਜਲ ਹੈ, ਜਲ ਤੋਂ ਉੱਠਣ ਵਾਲੀ ਜੋ ਤਰੰਗ ਹੈ, ਜੋ ਬੁਲਬੁਲੇ ਨੇ, ਇਹਨਾਂ ਦਾ ਜੋ ਵਜੂਦ ਹੈ ਉਹ ਜਲ ਤੋਂ ਵੱਖਰਾ ਨਹੀਂ। ਇਹ ਜਲ ਦਾ ਹੀ ਰੂਪ ਹੈ। ਇੱਕ ਤਰੰਗ ਜੋ ਹੈ ਜਲ ਦਾ ਹੀ ਰੂਪ ਹੈ। ਪਾਣੀ ਤੋਂ ਉੱਠਣ ਵਾਲਾ ਬੁਲਬੁਲਾ ਜੋ ਹੈ ਜਲ ਦਾ ਹੀ ਰੂਪ ਹੈ। ਜਲ ਤਰੰਗ ਅਰਫੇਨ ਬੁਦਬੁਦਾ, ਜਲ ਤੇ ਪਿੰਨ ਨਾ ਹੋਈ। ਇਹ ਜਲ ਤੋਂ ਵੱਖਰੇ ਨਹੀਂ। ਇਸੇ ਢੰਗ ਦੇ ਨਾਲ ਭਗਤ ਨਾਮਦੇਵ ਜੀ ਸਮਝਾਉਂਦੇ ਨੇ, ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਹੋਈ। ਇਹ ਜੋ ਸਾਰਾ ਪਰਪੰਚ ਰਚਿਆ ਹੋਇਆ ਹੈ ਨਾ ਪਰਮੇਸ਼ਰ ਨੇ, ਇਹ ਜੋ ਸੰਸਾਰ ਬ੍ਰਹਮੰਡ ਰਚਿਆ ਹੋਇਆ ਹੈ ਉਸ ਦਾਤੇ ਨੇ, ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਹੋਈ। ਕਹਿੰਦੇ ਕਿ ਇਹ ਸਾਰਾ ਜੋ ਬ੍ਰਹਮੰਡ ਪਰਮੇਸ਼ਰ ਨੇ ਰਚਿਆ ਹੋਇਆ ਹੈ ਉਸੇ ਦੀ ਲੀਲਾ ਹੈ, ਵਿਚਰਤ ਆਨ ਨਾ ਹੋਈ। ਇਹ ਸੰਸਾਰ ਉਸ ਤੋਂ ਵੱਖਰਾ ਨਹੀਂ। ਇਹ ਰਚਨਾ ਜੋ ਹੈ ਇਹ ਪਰਮੇਸ਼ਰ ਦੀ ਹੈ, ਪਰ ਇਹ ਰਚਨਾ ਉਸ ਪਰਮੇਸ਼ਰ ਤੋਂ ਵੱਖਰੀ ਨਹੀਂ, ਉਸੇ ਦਾ ਹੀ ਰੂਪ ਹੈ। ਜਿਵੇਂ ਜਲ ਦੇ ਵਿੱਚੋਂ ਉੱਠਣ ਵਾਲੀ ਤਰੰਗ, ਜਲ ਦੇ ਵਿੱਚੋਂ ਉੱਠਣ ਵਾਲਾ ਬੁਲਬੁਲਾ ਉਸ ਜਲ ਦਾ ਹੀ ਰੂਪ ਨੇ, ਇਸੇ ਢੰਗ ਦੇ ਨਾਲ ਇਹ ਜੋ ਸਾਰਾ ਪ੍ਰਪੰਚ ਪਰਮੇਸ਼ਰ ਨੇ ਰਚਿਆ ਹੋਇਆ ਏ, ਇਹ ਪ੍ਰਪੰਚ ਜੋ ਹੈ ਉਸੇ ਹੀ ਪਰਮੇਸ਼ਰ ਦਾ ਹੀ ਰੂਪ ਹੈ, ਉਸੇ ਪਰਮੇਸ਼ਰ ਦਾ ਰੂਪ ਹੈ। ਸਾਚੇ ਤੇ ਭਵਨਾ ਪਿਆ ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਪਵਨ ਸਾਜਿਆ ਕਟ ਕਟ ਜੋਤ ਸਮੋਏ। ਗੁਰਬਾਣੀ ਕਹਿ ਰਹੀ ਹੈ, ਵਿਗਿਆਨਕ ਸਿਧਾਂਤ ਹੈ। ਸਾਚੇ ਤੇ ਭਵਨਾ ਪਿਆ, ਪਰਮੇਸ਼ਰ ਨੇ ਆਪ ਪਵਨ ਨੂੰ ਪੈਦਾ ਕੀਤਾ ਹੈ। ਸਾਚੇ ਤੇ ਭਵਨਾ ਪਿਆ ਪਵਨੇ ਤੇ ਜਲ ਹੋਏ, ਫਿਰ ਪਵਨਾ ਤੋਂ ਉਸ ਨੇ ਜਲ ਨੂੰ ਪੈਦਾ ਕੀਤਾ ਹੈ। ਹਾਈਡਰੋਜਨ ਤੇ ਆਕਸੀਜਨ ਦੋਨੋਂ ਮਿਲ ਕੇ ਪਾਣੀ ਨੂੰ ਜਨਮ ਦਿੰਦੀ ਹੈ। ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਪਵਨ ਸਾਜਿਆ, ਜਲ ਦੇ ਵਿੱਚੋਂ ਹੀ ਫਿਰ ਜੀਵਨ ਦੀ ਉਤਪੱਤੀ ਹੁੰਦੀ ਹੈ। ਜਲ ਤੇ ਤ੍ਰਿਪਵਨ ਸਾਜਿਆ ਕਟ ਕਟ ਜੋਤ ਸਮੋਏ। ਤੇ ਜੀਵਨ ਦੀ ਉਤਪੱਤੀ ਉਹ ਪਰਮੇਸ਼ਰ ਆਪ ਕਰ ਰਿਹਾ ਹੈ, ਆਪ ਇਸ ਸੰਸਾਰ ਦੇ ਵਿੱਚ ਸਮਾਇਆ ਹੋਇਆ ਹੈ, ਵਸਿਆ ਹੋਇਆ ਹੈ। ਇਸ ਲਈ ਭਗਤ ਨਾਮਦੇਵ ਜੀ ਕਹਿੰਦੇ, ਜਲ ਤਰੰਗ ਅਰਫੇਨ ਬੁਦਬੁਦਾ, ਜਲ ਤੇ ਪਿੰਨ ਨਾ ਹੋਈ। ਇਹ ਪਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਹੋਈ। ਇਹ ਰਚਨਾ ਉਸ ਤੋਂ ਵੱਖਰੀ ਨਹੀਂ, ਉਹਦਾ ਹੀ ਰੂਪ ਹੈ, ਉਹਦਾ ਹੀ ਰੂਪ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਾਹਸ ਸੇ, ਓਤ ਪੋਤ ਪ੍ਰਭ ਸੋਈ। ਤੀਜੇ ਪਦ ਵਿੱਚ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ, ਮਿਥਿਆ ਭਰਮ ਅਰ ਸੁਪਨ ਮਨੋਰਥ, ਸਤ ਪਦਾਰਥ ਜਾਣਿਆ, ਸੁਕ੍ਰਤ ਮਨਸਾ ਗੁਰ ਉਪਦੇਸ਼ੀ, ਜਾਗਤ ਹੀ ਮਨ ਮਾਨਿਆ। ਭਗਤ ਨਾਮਦੇਵ ਜੀ ਕਹਿੰਦੇ, ਮਿਥਿਆ ਭਰਮ ਅਰ ਸੁਪਨ ਮਨੋਰਥ, ਸਤ ਪਦਾਰਥ ਜਾਣਿਆ। ਕਿ ਬਈ ਜੋ ਇੱਕ ਐਸਾ ਮਨੁੱਖ ਹੈ ਜਿਹਦੀ ਅਵਸਥਾ ਉੱਥੇ ਤੱਕ ਆਪਣੀ ਨਹੀਂ ਜਿੱਥੇ ਉਹ ਇਸ ਸੰਸਾਰ ਦੇ ਵਿੱਚੋਂ, ਅਨੇਕਤਾ ਦੇ ਵਿੱਚੋਂ ਇੱਕ ਦੇ ਦਰਸ਼ਨ ਕਰ ਸਕੇ, ਐਸੇ ਮਨੁੱਖ ਦੀ ਅਵਸਥਾ ਕੀ ਹੈ? ਮਿਥਿਆ ਭਰਮ ਅਰ ਸੁਪਨ ਮਨੋਰਥ। ਐਸਾ ਮਨੁੱਖ ਮਿਥਿਆ ਦੇ ਵਿੱਚ ਤੇ ਸੁਪਨਿਆਂ ਦੇ ਵਿੱਚ ਜੀ ਰਿਹਾ ਏ। ਕਹਿੰਦੇ ਸਤ ਪਦਾਰਥ ਜਾਣਿਆ, ਤੇ ਮਨੁੱਖ ਨੇ ਇਹਨਾਂ ਸੁਪਨਿਆਂ ਨੂੰ, ਇਸ ਮਿਥਿਆ ਨੂੰ ਹੀ ਸੱਚ ਕਰਕੇ ਮੰਨਿਆ ਹੋਇਆ ਹੈ। ਮਨੁੱਖ ਦਾ ਇਹ ਮੰਨਣਾ ਹੈ ਕਿ ਉਹਦਾ ਵਜੂਦ ਪਰਮੇਸ਼ਰ ਤੋਂ ਵੱਖਰਾ ਹੈ। ਇਹ ਮਿਥਿਆ ਹੈ, ਇਹ ਭਰਮ ਹੈ। ਭਗਤ ਨਾਮਦੇਵ ਜੀ ਕਹਿੰਦੇ, ਸੁਕ੍ਰਿਤ ਮਨਸਾ ਗੁਰ ਉਪਦੇਸ਼ੀ, ਜਾਗਤ ਹੀ ਮਨ ਮਾਨਿਆ। ਪਰ ਜੋ ਗੁਰੂ ਉਪਦੇਸ਼ ਕਰ ਰਿਹਾ ਹੈ ਚੰਗੇ ਕਰਮ ਕਰਨ ਦੀ, ਚੰਗੇ ਗੁਣਾਂ ਨੂੰ ਇਕੱਤਰ ਕਰਨ ਦੀ, ਸੁਕ੍ਰਿਤ ਮਨਸਾ ਗੁਰ ਉਪਦੇਸ਼ੀ, ਜਾਗਤ ਹੀ ਮਨ ਮਾਨਿਆ। ਉਹਦੇ ਨਾਲ ਜੋ ਮੇਰਾ ਮਨ ਹੈ ਉਹ ਜਾਗ ਗਿਆ ਏ। ਤੇ ਮਨ ਜਦੋਂ ਜਾਗਿਆ ਏ, ਅਵਸਥਾ ਕੈਸੀ ਬਣੀ ਹੈ?
भगत नामदेव जी कह रहे ने सब गोबिंद है, सब गोबिंद है, गोबिंद बिन नहीं कोई, सूत एक मन सत सहस जैसे, ओत पोत प्रभ सोई। वो परमेश्वर नारायण हर एक थां वसिया होया है, टिकिया होया है। चौथे पद अंतले पद दे विच भगत नामदेव जी बख्शिश करते ने, कहत नामदेव हर की रचना, देखो हृदय विचारी, कट कट अंतर सर्ब निरंतर, केवल एक मुरारी। कहते कहत नामदेव हर की रचना, देखो हृदय विचारी, कि अपने हिरदे विच विचार करो। कहत नामदेव हर की रचना, देखो हृदय विचारी। ये सारी जो रचना है ये सब उस परमेश्वर दी है। मनुखा तू भी उस परमेश्वर दी ही अंश है। कहत नामदेव हर की रचना, देखो हृदय विचारी, कट कट अंतर सर्ब निरंतर, केवल एक मुरारी। हर एक घट दे विच, हर एक मनुख दे अंदर घट घट अंतर सर्ब निरंतर, सारे ब्रह्मंड दे विच, इस प्रपंच दे विच केवल एक मुरारी, वो इक्को मुरारी परमेश्वर वसिया होया है, टिकिया होया है, वो बैठिया होया है, केवल एक है। जदों असी इस पावन उपदेश नूं अपने हिरदे विच टिका लवांगे ते जदों हर एक मनुख नूं किसे धर्म नूं छड्ड के, किसे जात नूं छड्ड के, किसी भी होर भुलेखे नूं छड्ड के जदों असी हर एक मनुख नूं उस परमेश्वर दी अंश मनांगे, परमेश्वर दा पैदा कीता होया मनांगे, तां यकीनन साडा भी जो इस संसार दे विच आउण दा मनोरथ है सफला होवेगा। यही नाम है जदों असी सारी रचना दे विचों उस गोबिंद दे दर्शन करांगे, यही नाम है। हर एक दे विचों दनों सानू गोबिंद दे दर्शन होणगे। कहत नामदेव हर की रचना, देखो हृदय विचारी, कट कट अंतर सर्ब निरंतर, केवल एक मुरारी। वो एक मुरारी ही हर एक मनुख दे अंदर वसिया होया है, टिकिया होया है। हर पासे वो गोबिंद है, हर पासे उस गोबिंद दे दर्शन हो रहे ने भगत नामदेव जी नूं। आओ असी अरदास करिए कि है परमेश्वर नारायण साडे ते भी किरपा वरसा, साडी भी ऐसी अवस्था पड़ जावे कि असी भी जिथे वेखीए सानू तेरे ही दर्शन होण, तेरे ही दर्शन होण। एक बाणी चैनल दा धन्नवाद, जिहदा एक सुपाग जो है वो बढ़ाउंदे ने ते सानू भी एक जो है मौका मिलदा है शब्द दी विचार करन दा। आओ अंतलियां तुकां पढ़ के शब्द दी विचार दी समाप्ति करिए जी। कहत नामदेव हर की रचना, देखो हृदय विचारी, कट कट अंतर सर्ब निरंतर, केवल एक मुरारी। कट कट अंतर सर्ब निरंतर, केवल एक मुरारी। वाहिगुरु जी का खालसा, वाहिगुरु जी की फतेह।